ਸਤਿ ਸ੍ਰੀ ਅਕਾਲ ਜੀ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਇੱਕ ਬਹੁਤ ਹੀ ਖਾਸ ਕਾਵਿ ਪਰੰਪਰਾ ਵਾਰ ਬਾਰੇ। ਆਓ ਇਸ ਦੇ ਜਨਮ ਤੋਂ ਲੈ ਕੇ ਇਸ ਦੇ ਬਦਲਦੇ ਰੂਪਾਂ ਤੱਕ ਇਸ ਪੂਰੇ ਦਿਲਚਸਪ ਸਫ਼ਰ ਨੂੰ ਮਿਲ ਕੇ ਸਮਝਦੇ ਹਾਂ। ਕਦੇ ਸੋਚਿਆ ਹੈ ਕਿ ਪੰਜਾਬ ਦੀ ਧਰਤੀ ਜਿੱਥੇ ਹਮੇਸ਼ਾ ਜੰਗਾਂ ਯੁੱਧਾਂ ਦਾ ਮਾਹੌਲ ਰਿਹਾ, ਉੱਥੇ ਹੀ ਬਹਾਦਰੀ ਦੀ ਕਵਿਤਾ ਕਿਉਂ ਜਨਮੀ? ਇਹ ਵੀ ਇੱਕ ਸਵਾਲ ਹੈ ਨਾ ਕਿ ਇਸ ਧਰਤੀ ਦੇ ਟਕਰਾਅ ਨੇ ਇੱਥੋਂ ਦੇ ਸ਼ਬਦਾਂ ਨੂੰ ਉਹ ਕਿਹੜੀ ਤਾਕਤ ਦਿੱਤੀ ਹੋਵੇਗੀ? ਤਾਂ ਦੇਖੋ, ਗੱਲ ਬਿਲਕੁਲ ਸਾਫ਼ ਹੈ। ਜੇ ਪੰਜਾਬ ਦੇ ਸੱਭਿਆਚਾਰ ਤੇ ਇਤਿਹਾਸ ਦੀ ਰੂਹ ਨੂੰ ਸੱਚਮੁੱਚ ਸਮਝਣਾ ਹੈ ਤਾਂ ਫਿਰ ਵਾਰ ਨੂੰ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਇਹ ਸਿਰਫ ਕਵਿਤਾ ਨਹੀਂ ਹੈ, ਬਲਕਿ ਇਸ ਖਿੱਤੇ ਦੇ ਦਿਲ ਦੀ ਧੜਕਨ ਹੈ, ਉਸ ਦੀ ਆਵਾਜ਼ ਹੈ। ਤਾਂ ਫਿਰ ਚਲੋ ਸ਼ੁਰੂਆਤ ਤੋਂ ਸ਼ੁਰੂ ਕਰਦੇ ਹਾਂ। ਦੇਖਦੇ ਹਾਂ ਕਿ ਆਖਿਰ ਵਾਰ ਪੈਦਾ ਕਿਵੇਂ ਹੋਈ, ਇਸ ਦੀ ਅਸਲ ਪਹਿਚਾਨ ਹੈ ਕੀ। ਦੇਖੋ, ਵਾਰ ਦਾ ਜਨਮ ਸਿੱਧਾ ਪੰਜਾਬ ਦੇ ਹਾਲਾਤਾਂ ਵਿੱਚੋਂ ਹੋਇਆ ਹੈ। ਇਹ ਧਰਤੀ ਹਮਲਾਵਰਾਂ ਲਈ ਇੱਕ ਗੇਟਵੇ ਦੀ ਤਰ੍ਹਾਂ ਸੀ, ਇੱਕ ਦਰਵਾਜ਼ੇ ਵਾਂਗ। ਇਸ ਲਈ ਇੱਥੋਂ ਦੇ ਲੋਕਾਂ ਨੂੰ ਹਮੇਸ਼ਾ ਤਿਆਰ ਰਹਿਣਾ ਪੈਂਦਾ ਸੀ ਤੇ ਫਿਰ ਉਹਨਾਂ ਨੂੰ ਲੋੜ ਪਈ ਇੱਕ ਅਜਿਹੀ ਕਵਿਤਾ ਦੀ ਜਿਹੜੀ ਲਹੂ ਵਿੱਚ ਜੋਸ਼ ਭਰ ਦੇਵੇ। ਤਾਂ ਜਿਹੜੀਆਂ ਸ਼ੁਰੂਆਤੀ ਵਾਰਾਂ ਸਨ ਨਾ, ਉਹਨਾਂ ਨੂੰ ਢਾਡੀ ਤੇ ਮਰਾਸੀ ਗਾਉਂਦੇ ਹੁੰਦੇ ਸੀ, ਤੇ ਉਹ ਵੀ ਪੂਰੇ ਜੋਸ਼ ਨਾਲ। ਮਕਸਦ ਸਿਰਫ ਮਨੋਰੰਜਨ ਕਰਨਾ ਨਹੀਂ ਸੀ, ਨਹੀਂ, ਅਸਲ ਮਕਸਦ ਸੀ ਯੋਧਿਆਂ ਦੀ ਬਹਾਦਰੀ ਦਾ ਜਸ ਗਾ ਕੇ ਲੋਕਾਂ ਦੇ ਅੰਦਰ ਵੀਰ ਰਸ ਭਰਨਾ, ਉਹਨਾਂ 'ਚ ਹਿੰਮਤ ਪੈਦਾ ਕਰਨੀ ਤਾਂ ਜੋ ਉਹ ਵੀ ਹੱਕ ਸੱਚ ਲਈ ਖੜ ਸਕਣ। ਅੱਛਾ, ਹੁਣ ਆਂਦੀ ਹੈ ਇਸ ਸਫ਼ਰ ਦੀ ਅਸਲ ਕਹਾਣੀ। ਦੇਖੋ, ਵਾਰ ਹਮੇਸ਼ਾ ਇੱਕੋ ਜਿਹੀ ਨਹੀਂ ਰਹੀ। ਸਮੇਂ ਦੇ ਨਾਲ-ਨਾਲ ਇਸਨੇ 3 ਬਹੁਤ ਵੱਡੇ ਮੋੜ ਕੱਟੇ ਨੇ। ਸੋ ਵਾਰ ਦਾ ਪੂਰਾ ਸਫ਼ਰ 3 ਪੜਾਵਾਂ ਵਿੱਚੋਂ ਲੰਘਿਆ। ਸਭ ਤੋਂ ਪਹਿਲਾਂ ਆਈਆਂ ਲੋਕ-ਵਾਰਾਂ, ਯਾਨੀ ਕਿ ਯੋਧਿਆਂ ਦੀਆਂ ਦਿਲੇਰੀਆਂ ਦੀਆਂ ਕਹਾਣੀਆਂ। ਉਸ ਤੋਂ ਬਾਅਦ ਆਇਆ ਅਧਿਆਤਮਿਕ ਵਾਰਾਂ ਦਾ ਦੌਰ, ਜਿੱਥੇ ਲੜਾਈ ਮੈਦਾਨ ਤੋਂ ਉੱਠ ਕੇ ਮਨ ਦੇ ਅੰਦਰ ਚਲੀ ਗਈ। ਤੇ ਫਿਰ ਅਖੀਰ ਵਿੱਚ ਆਈਆਂ ਇਤਿਹਾਸਿਕ ਵਾਰਾਂ, ਜਿਨ੍ਹਾਂ ਨੇ ਇਤਿਹਾਸ ਨੂੰ ਕਵਿਤਾ ਦੇ ਰੂਪ ਵਿੱਚ ਸਾਂਭ ਲਿਆ। ਤੇ ਫਿਰ ਇੱਥੇ ਇੱਕ ਬਹੁਤ ਵੱਡਾ, ਕਹਿ ਲਓ ਇੱਕ ਕ੍ਰਾਂਤੀਕਾਰੀ ਮੋੜ ਆਇਆ। ਗੁਰੂ ਨਾਨਕ ਦੇਵ ਜੀ ਨੇ ਵਾਰ ਦੇ ਇਸ ਜੋਸ਼ੀਲੇ ਰੂਪ ਨੂੰ ਦੁਨਿਆਵੀ ਲੜਾਈਆਂ ਤੋਂ ਮੋੜਿਆ ਤੇ ਇਹਨੂੰ ਰੂਹਾਨੀ ਸੰਘਰਸ਼ ਵੱਲ ਲਾ ਦਿੱਤਾ। ਹੁਣ ਲੜਾਈ ਤਲਵਾਰਾਂ ਦੀ ਨਹੀਂ ਰਹੀ ਸੀ, ਸਗੋਂ ਮਨ ਦੇ ਵਿਕਾਰਾਂ ਦੇ ਨਾਲ ਸੀ। ਇਹਨਾਂ ਅਧਿਆਤਮਿਕ ਵਾਰਾਂ ਦੀ ਅਹਿਮੀਅਤ ਕਿੰਨੀ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਕੇ ਦੇਖੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰੀਆਂ 22 ਵਾਰਾਂ ਦਰਜ ਹਨ। ਤੇ ਗੱਲ ਇੱਥੇ ਹੀ ਨਹੀਂ ਰੁਕੀ। ਮਹਾਨ ਕਵੀ ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਗੁਰਬਾਣੀ ਦੀ ਕੁੰਜੀ ਵੀ ਕਿਹਾ ਜਾਂਦਾ ਹੈ, ਉਹਨਾਂ ਨੇ 1-2 ਨਹੀਂ ਸਗੋਂ ਪੂਰੀਆਂ 39 ਅਧਿਆਤਮਿਕ ਵਾਰਾਂ ਦੀ ਰਚਨਾ ਕੀਤੀ। ਤਾਂ ਚਲੋ ਹੁਣ ਪਹਿਲੇ ਤੇ ਤੀਜੇ ਪੜਾਅ ਨੂੰ, ਯਾਨੀ ਕਿ ਲੋਕ-ਵਾਰਾਂ ਤੇ ਇਤਿਹਾਸਿਕ ਵਾਰਾਂ ਨੂੰ ਇਕੱਠੇ ਦੇਖਦੇ ਹਾਂ, ਕਿਉਂਕਿ ਇਹਨਾਂ ਦੋਵਾਂ ਦੇ ਕੇਂਦਰ ਵਿੱਚ ਮਨੁੱਖ ਹੀ ਹੈ। ਇਹਨਾਂ ਵਾਰਾਂ ਦੀ ਖਾਸੀਅਤ ਪਤਾ ਕੀ ਏ? ਇਹ ਇੱਕ ਕਹਾਣੀ ਸੁਣਾਉਂਦੀਆਂ ਨੇ। ਇਹਨਾਂ ਦਾ ਹੀਰੋ, ਇਹਨਾਂ ਦਾ ਨਾਇਕ ਸਾਡੇ ਵਰਗਾ ਇੱਕ ਇਨਸਾਨ ਏ, ਇੱਕ ਮਨੁੱਖ। ਉਹ ਲੜਦਾ ਹੈ, ਸੰਘਰਸ਼ ਕਰਦਾ ਹੈ ਤੇ ਆਖਰ ਵਿੱਚ ਕਾਵਿਕ ਨਿਆਂ ਦੇ ਹਿਸਾਬ ਨਾਲ ਬੁਰਾਈ ਉੱਤੇ ਜਿੱਤ ਹਾਸਲ ਕਰਦਾ ਹੈ। ਚਲੋ ਹੁਣ ਚਲਦੇ ਹਾਂ ਦੂਜੇ ਪੜਾਅ ਵੱਲ, ਯਾਨੀ ਕਿ ਅਧਿਆਤਮਿਕ ਵਾਰਾਂ ਵੱਲ, ਤੇ ਦੇਖਦੇ ਹਾਂ ਕਿ ਇੱਥੇ ਆ ਕੇ ਸਾਰੀ ਖੇਡ, ਸਾਰੀ ਕਹਾਣੀ ਕਿਵੇਂ ਪੂਰੀ ਤਰ੍ਹਾਂ ਬਦਲ ਜਾਂਦੀ ਹੈ। ਇੱਥੇ ਆ ਕੇ ਤਾਂ ਜਿਵੇਂ ਸਭ ਕੁਝ ਹੀ ਬਦਲ ਜਾਂਦਾ ਹੈ। ਨਾਇਕ ਹੁਣ ਕੋਈ ਯੋਧਾ ਨਹੀਂ ਹੈ, ਸਗੋਂ ਉਹ ਅਮੂਰਤ ਬ੍ਰਹਮ ਹੈ, ਪਰਮਾਤਮਾ ਹੈ। ਇੱਥੇ ਕੋਈ ਕਹਾਣੀ ਨਹੀਂ ਚੱਲ ਰਹੀ, ਸਗੋਂ ਡੂੰਘੇ ਫਿਲਾਸਫੀਕਲ ਵਿਚਾਰ ਹਨ। ਤੇ ਨਤੀਜਾ ਉਹ ਤਾਂ ਪਹਿਲਾਂ ਤੋਂ ਹੀ ਤੈਅ ਹੈ, ਬ੍ਰਹਮ ਦੀ ਜਿੱਤ ਹਮੇਸ਼ਾ ਹੁੰਦੀ ਹੈ। ਤਾਂ ਸਭ ਤੋਂ ਜ਼ਰੂਰੀ ਨੁਕਤਾ ਇਹੀ ਹੈ ਸਮਝਣ ਵਾਲਾ, ਲੋਕ ਵਾਰਾਂ ਚਲਦੀਆਂ ਨੇ ਟਕਰਾਅ ਤੇ, ਯਾਨੀ ਇੱਕ ਫਿਜ਼ੀਕਲ ਲੜਾਈ ਜਿਹੜੀ ਸ਼ੁਰੂ ਹੁੰਦੀ ਹੈ ਤੇ ਖਤਮ ਹੋ ਜਾਂਦੀ ਹੈ। ਪਰ ਅਧਿਆਤਮਿਕ ਵਾਰਾਂ ਚਲਦੀਆਂ ਨੇ ਦਵੰਦਾਤਮਕ ਤਣਾਅ ਤੇ। ਇਹ ਮਨੁੱਖ ਤੇ ਪਰਮਾਤਮਾ ਦੇ ਰਿਸ਼ਤੇ ਵਿਚਲਾ ਇੱਕ ਅਜਿਹਾ ਤਣਾਅ ਹੈ ਜਿਹੜਾ ਹਮੇਸ਼ਾ ਰਹਿੰਦਾ ਹੈ, ਸਦੀਵੀ ਹੈ। ਇਸ ਨੂੰ ਇੰਜ ਸਮਝਿਆ ਜਾ ਸਕਦਾ ਹੈ ਕਿ ਲੜਾਈ ਹੁਣ ਤਲਵਾਰਾਂ ਦੀ ਨਹੀਂ, ਸਗੋਂ ਮਨੁੱਖ ਦੇ ਆਪਣੇ ਅੰਦਰ ਚੱਲ ਰਹੀ ਹੈ। ਇਹ ਉਸ ਦੀਆਂ ਕਮਜ਼ੋਰੀਆਂ ਤੇ ਬ੍ਰਹਮ ਆਦਰਸ਼ ਦੇ ਵਿਚਕਾਰ ਇੱਕ ਲਗਾਤਾਰ ਖਿੱਚੋਤਾਣ ਹੈ। ਸਮਝੋ, ਇੱਕ ਪਾਸੇ ਮਨੁੱਖ ਦੀ ਮੈਂ ਹੈ, ਉਸ ਦੀ ਹਉਮੈ, ਤੇ ਦੂਜੇ ਪਾਸੇ ਪਰਮਾਤਮਾ ਦਾ ਸੱਦਾ ਹੈ। ਇਸ ਲਈ ਅਧਿਆਤਮਿਕ ਵਾਰਾਂ ਵਿੱਚ ਮਨੁੱਖ ਨਾ ਤਾਂ ਕੋਈ ਹੀਰੋ ਹੈ ਤੇ ਨਾ ਹੀ ਕੋਈ ਵਿਲਨ। ਉਹ ਤਾਂ ਬਸ ਇੱਕ ਹਾਲਤ ਹੈ, ਇੱਕ ਸਟੇਟ ਆਫ ਬੀਇੰਗ ਹੈ, ਇੱਕ ਸੰਕਲਪ, ਜਿਸ ਦੇ ਜ਼ਰੀਏ ਮਨੁੱਖ ਤੇ ਪਰਮਾਤਮਾ ਦੇ ਇਸ ਗੁੰਝਲਦਾਰ ਪਰ ਬਹੁਤ ਹੀ ਖੂਬਸੂਰਤ ਰਿਸ਼ਤੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਸਵਾਲ ਇਹ ਉੱਠਦਾ ਹੈ ਕਿ ਇਹਨਾਂ ਤਿੰਨਾਂ ਵੱਖ-ਵੱਖ ਕਿਸਮ ਦੀਆਂ ਵਾਰਾਂ ਵਿੱਚ ਕੁਝ ਸਾਂਝਾ ਵੀ ਹੈ?
ਜੀ ਹਾਂ, ਬਿਲਕੁਲ ਹੈ। ਇੱਕ ਅਜਿਹਾ ਗੁਣ ਹੈ ਜਿਹੜਾ ਇਹਨਾਂ ਸਾਰਿਆਂ ਨੂੰ ਇੱਕੋ ਧਾਗੇ ਵਿੱਚ ਪਰੋ ਦਿੰਦਾ ਹੈ। ਤੇ ਉਹ ਸਾਂਝਾ ਧਾਗਾ ਹੈ ਮਹਿਮਾ, ਯਾਨੀ ਵਡਿਆਈ ਕਰਨਾ, ਪ੍ਰਸ਼ੰਸਾ ਕਰਨੀ, ਗਲੋਰੀਫਾਈ ਕਰਨਾ। ਇਹੀ ਵਾਰ ਕਵਿਤਾ ਦਾ ਸਭ ਤੋਂ ਵੱਡਾ ਤੇ ਸਰਵ-ਵਿਆਪਕ ਗੁਣ ਹੈ। ਇਸ ਲਈ ਗੱਲ ਬਹੁਤ ਸਾਫ਼ ਹੈ, ਭਾਵੇਂ ਵਾਰ ਕਿਸੇ ਯੋਧੇ ਦੀ ਬਹਾਦਰੀ ਦਾ ਗੁਣਗਾਨ ਕਰ ਰਹੀ ਹੋਵੇ ਜਾਂ ਫਿਰ ਪਰਮਾਤਮਾ ਦੀ ਸਰਵਉੱਚਤਾ ਦਾ, ਇਸ ਦਾ ਅਸਲ ਮਕਸਦ, ਇਸ ਦਾ ਅੰਤਿਮ ਟੀਚਾ ਹਮੇਸ਼ਾ ਆਪਣੇ ਨਾਇਕ ਦੀ ਮਹਿਮਾ ਕਰਨਾ ਹੀ ਰਿਹਾ ਹੈ, ਉਸ ਦੀ ਮਹਾਨਤਾ ਨੂੰ ਸਥਾਪਿਤ ਕਰਨਾ। ਤਾਂ ਫਿਰ ਇਹ ਸਾਰੀ ਗੱਲਬਾਤ ਸਾਨੂੰ ਇੱਕ ਬਹੁਤ ਹੀ ਅਹਿਮ ਸਵਾਲ ਤੇ ਲਿਆ ਕੇ ਖੜਾ ਕਰ ਦਿੰਦੀ ਹੈ। ਜੇਕਰ ਵਾਰ ਦਾ ਮਕਸਦ ਆਪਣੇ ਨਾਇਕਾਂ ਦੀ ਵਡਿਆਈ ਕਰਨਾ ਸੀ, ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਦੇ ਦੌਰ ਵਿੱਚ ਸਾਡੇ ਸਮਾਜ ਦੇ ਅਸਲ ਨਾਇਕ ਕੌਣ ਹਨ ਤੇ ਅਸੀਂ ਉਹਨਾਂ ਦੀ ਮਹਿਮਾ ਕਿਵੇਂ ਕਰ ਰਹੇ ਹਾਂ, ਇਸ ਤੇ ਵਿਚਾਰ ਕਰਨਾ ਬਣਦਾ ਹੈ।